ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਵੈਂਟਿਸਟ ਸਟੂਡੀਓ ਤੋਂ ਸਵਾਗਤ ਹੈ ਜੀ ਆਇਆਂ ਨੂੰ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਲੈ ਕੇ ਹਾਜ਼ਰ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਐਡਮਿੰਟਨ ਸ਼ਹਿਰ ਦੇ ਲੋਕਲ ਟੈਲੈਂਟ ਜਾਂ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਮਿਲਾਉਂਦੇ ਹਾਂ, ਉੱਥੇ ਹੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਵੀ ਤੁਹਾਨੂੰ ਰੂਬਰੂ ਕੀਤਾ ਜਾਵੇ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਜੀ ਪਹੁੰਚੇ ਹਨ। ਆਓ ਜੀ ਇਹਨਾਂ ਦਾ ਰਸਮੀ ਤੌਰ 'ਤੇ ਸਵਾਗਤ ਕਰਦੇ ਹਾਂ। ਭਾਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਮੈਂ ਤੁਹਾਡੇ ਪ੍ਰੋਫਾਈਲ 'ਤੇ ਸਰਚ ਕਰ ਰਿਹਾ ਸੀਗਾ, ਹਾਂਜੀ, ਮੈਨੂੰ ਪਤਾ ਲੱਗਿਆ ਜੀ ਤੁਸੀਂ ਰੇਡੀਓ ਹੋਸਟ ਵੀ ਰਹੇ ਜੀ। ਹਾਂਜੀ, ਰੇਡੀਓ ਸ਼ੋਅ ਮੇਰੇ ਕੋਲ ਸੀਗਾ 5 ਸਾਲ, ਆਈ ਥਿੰਕ 5 ਸਾਲ ਰਿਹਾ। ਦੇਸੀ ਭੰਗੜਾ, ਵਾਓ, CKER 1480 ਤੇ, ਉਹ ਹੁਣ ਆਈ ਥਿੰਕ 101 FM ਵਾਲੇ ਸ਼ੋਅ ਤੇ। ਬਿਲਕੁਲ। ਸੋ ਉਹ ਤਜਰਬਾ ਕਿਵੇਂ ਦਾ ਰਿਹਾ ਜੀ? ਉਹ ਹਾਈ ਸਕੂਲ ਸੀ। ਅੱਛਾ ਜੀ। ਇੱਥੇ ਰੇਡੀਓ ਪ੍ਰੋਗਰਾਮ, ਪਹਿਲਾਂ ਇੱਕ ਪੰਜਾਬੀ ਰੇਡੀਓ ਪ੍ਰੋਗਰਾਮ ਸੀਗਾ, ਫਿਰ ਅਸੀਂ ਵੀ ਜੋ ਗੱਲ ਕੀਤੀ ਵੀ ਅਸੀਂ ਕੁਛ ਯੂਥ ਵਾਸਤੇ ਕੋਈ ਨਾ ਕੋਈ ਸ਼ੋਅ ਚਾਹੀਦਾ, ਤੇ ਅਸੀਂ ਫਿਰ ਉਦੋਂ ਸੰਡੇ ਸ਼ਾਮ ਨੂੰ ਹੁੰਦਾ ਸੀਗਾ, ਕਾਫੀ ਲੇਟ ਸੀ, ਆਈ ਥਿੰਕ 10 ਵਜੇ ਸੀ, ਬਟ ਇਟ ਵਾਜ਼ ਸਮਥਿੰਗ, ਇਟ ਵਾਜ਼ ਵੈਰੀ ਗੁੱਡ ਬਿਕਾਜ਼ ਜਿਹੜੇ ਉਸ ਵੇਲੇ ਪੰਜਾਬੀ ਮਿਊਜ਼ਿਕ ਕਹਿ ਲਓ ਵੀ ਸ਼ੁਰੂ ਹੀ ਹੁੰਦਾ ਸੀਗਾ ਰੀਮਿਕਸ ਵਗੈਰਾ ਹੋਣਾ। ਸੋ ਐਜ਼ ਕੈਨੇਡੀਅਨ ਬੋਰਨ ਸਾਨੂੰ ਵੀ ਸੀਗਾ ਵੀ ਚਾਹ ਵੀ ਅਸੀਂ ਪੰਜਾਬੀ ਨਾਲ ਮਿਕਸ ਹੋਈਏ, ਬਟ ਦੈਟ ਵਾਜ਼ ਦ ਵੇ ਟੂ ਡੂ ਇਟ, ਵੀ ਮਿਊਜ਼ਿਕ ਦੇ ਥਰੂ, ਸੋ ਪੰਜਾਬੀ ਕਲਚਰ ਦੇ ਥਰੂ। ਤੇ ਉੱਥੋਂ ਮੇਰਾ ਕਾਫੀ ਜਿਵੇਂ ਕਨੈਕਸ਼ਨ ਬਣਿਆ ਵਿਥ ਪੰਜਾਬੀ ਮਿਊਜ਼ਿਕ। ਦੈਟ ਵਾਜ਼ ਅ ਵੰਡਰਫੁਲ ਐਕਸਪੀਰੀਅੰਸ, ਰਾਈਟ? ਇਟ ਵਾਜ਼ ਵੈਰੀ ਵੈਰੀ ਗੁੱਡ ਐਕਸਪੀਰੀਅੰਸ। ਹਾਂਜੀ ਭਾਜੀ, ਹੁਣ ਗੱਲ ਨੂੰ ਆਪਾਂ ਥੋੜ੍ਹਾ ਜਿਹਾ ਫਾਰਮਲ ਆਪਣੇ ਇੰਟਰਨੈਸ਼ਨਲ ਤੇ ਜਿਹੜੇ ਨੈਸ਼ਨਲ ਮੁੱਦੇ ਨੇ ਉਹਨਾਂ ਵੱਲ ਲੈ ਕੇ ਚੱਲਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਬਾਰੇ। ਹਾਂਜੀ, ਅਗਸਤ ਮਹੀਨੇ ਦੇ ਵਿੱਚ ਜਿਹੜੀ ਲੀਡਰਸ਼ਿਪ ਦੀ ਚੇਂਜ ਹੁੰਦੀ ਹੈ, ਐਂਡਰਿਊ ਸ਼ੀਅਰ ਦੀ ਜਗ੍ਹਾ ਸਾਡੇ ਔਰਨ ਟੂਲ ਜੀ ਆਉਂਦੇ ਨੇ। ਹਾਂਜੀ, ਸੋ ਇਹ ਜਿਹੜੀ ਲੀਡਰਸ਼ਿਪ ਦੇ ਵਿੱਚ ਚੇਂਜ ਹੋਈ ਆ, ਤੁਹਾਨੂੰ ਕੀ ਲੱਗਦਾ ਵੀ ਇਹਦੇ ਨਾਲ ਜਿੱਦਾਂ ਪਾਰਟੀ ਦੇ ਵਿੱਚ ਕੋਈ ਨਵੀਂ ਜਾਨ ਫੂਕੀ ਜਾਣ ਵਾਲੀ ਗੱਲ, ਜਾਂ ਕਹਿ ਲਓ ਵੀ ਪਾਰਟੀ ਨੂੰ ਇੱਕ ਨਵੀਂ ਉਮੀਦ ਜਾਂ ਇੱਕ ਨਵਾਂ ਹੌਸਲਾ ਮਿਲਿਆ ਹੋਵੇ? ਐਬਸੋਲੂਟਲੀ ਜੀ। ਐਰਨ ਟੂਲ ਦੇ ਜਿਹੜੇ ਮੈਂ ਕਹਿ ਸਕਦਾ ਵੀ ਜਿਹੜੇ ਐਕਸਪੀਰੀਅੰਸ ਆ, ਉਹਦਾ ਨਾਲ ਬਹੁਤ ਫਰਕ ਪੈ ਰਿਹਾ। ਆਈ ਮੀਨ ਉਹਨਾਂ ਦੇ ਹੀਜ਼ ਪਹਿਲਾਂ ਦੇ ਏਅਰ ਫੋਰਸ 'ਚ ਸੀ। ਅੱਛਾ ਜੀ। ਸੋ ਹੀ ਹੈਜ਼ ਐਨ ਆਰਮੀ ਬੈਕਗਰਾਊਂਡ, ਕੈਨੇਡੀਅਨ ਫੋਰਸਿਸ ਬੈਕਗਰਾਊਂਡ। ਇਹਨਾਂ ਨੇ ਦੇਸ਼ ਲਈ ਕਰੋ ਯੂ ਨੋ ਆਪਣੇ ਸਭ ਕੁਝ ਕਮਿਟਮੈਂਟ ਦਿੱਤੀ ਹੋਈ ਆ for the country. ਫਿਰ ਉਹਨਾਂ ਦੇ background, he's also a lawyer and he's a family man. So is all of that put together, ਉਹਨਾਂ ਦੀ ਜਿਹੜੀ ਕਮਿਟਮੈਂਟ ਆ, ਉਹਨਾਂ ਦਾ ਲੋਕਾਂ ਦਾ ਵਰਤਨ ਦਾ ਸਟਾਈਲ, all of that, it's very very good. ਤੇ ਮੈਨੂੰ ਵੀ ਲੱਕਲੀ ਉਹਨਾਂ ਨੇ ਮੈਨੂੰ ਥੈਂਕਫੁਲੀ ਵੀ ਆਪਣੀ ਲੀਡਰਸ਼ਿਪ ਟੀਮ ਦੇ ਵਿੱਚ ਰੱਖਿਆ ਹੋਇਆ ਐਜ਼ ਦੀ ਕਾਕਸ ਪਾਰਟੀ ਲਿਏਜ਼ਨ। ਤੇ ਉਹਨਾਂ ਨਾਲ ਹੁਣ ਮੈਂ ਡੇਲੀ ਵਰਕ ਕਰ ਰਿਹਾ ਐਂਡ ਪਤਾ ਲੱਗਦਾ ਵੀ ਇਜ਼ ਅ ਵੈਰੀ ਵੈਰੀ ਗੁੱਡ ਲੀਡਰ। ਤੇ ਜਿਹੜੇ ਗੱਲਾਂ ਨੇ ਕਈ ਯੂ ਨੋ ਐਜ਼ ਏ ਕੁਐਸਚਨ ਵੀ ਪੁੱਛ ਲੈਂਦੇ ਨੇ ਲੀਡਰ, ਕਈ ਹੁੰਦੇ ਵੀ ਧੱਕੇ ਨਹੀਂ ਸਿੱਧਾ ਹੀ। ਬਿਲਕੁਲ ਬਿਲਕੁਲ। ਪਰ ਹੀ ਟੇਕਸ ਟਾਈਮ, ਇੰਪੋਜ਼ ਨਹੀਂ ਕਰਦੇ, ਟਾਈਮ ਕਰਕੇ ਪੁੱਛਦੇ ਆ ਵੀ ਆਹ ਗੱਲ ਸਹੀ ਆ ਜਾਂ ਕਿੱਦਾਂ ਕਰਨਾ ਚਾਹੀਦਾ। ਟੀਮ ਦੇ ਨਾਲ ਵਧੀਆ ਸਲਾਹ ਕਰਦੇ ਨੇ। ਸੋ ਆਈ ਥਿੰਕ ਉਹ ਹਿਸਾਬ ਦੇ ਨਾਲ ਵਧੀਆ ਲੀਡਰ ਨੇ ਐਂਡ ਹੀ ਇਜ਼ ਗੁੱਡ ਐਕਸਪੀਰੀਅੰਸ। ਨਹੀਂ ਵੇਖੋ ਜੀ, ਡਿਫੈਂਸ ਦਾ ਐਕਸਪੀਰੀਅੰਸ ਆ, ਤੁਸੀਂ ਵੀ ਦੱਸਿਆ ਵੀ ਉਹ ਲਾਇਰ ਰਹੇ ਨਾਲ। ਹਾਂਜੀ, ਕਾਫੀ ਅੱਛਾ ਐਕਸਪੀਰੀਅੰਸ ਆ, ਕਾਫੀ ਨੌਲੇਜ ਆ, ਸੋ ਇਟ ਕੈਨ ਬੀ ਯੂਜ਼ਡ, ਰਾਈਟ? ਐਬਸੋਲੂਟਲੀ ਜੀ। ਹਾਂਜੀ ਹਾਂਜੀ। ਤੇ ਐਕਚੁਅਲੀ ਐਂਡ ਜਦੋਂ ਮੈਂ ਉਦੋਂ ਮਿਨਿਸਟਰ ਸੀ, ਇਹ ਵੀ ਆਪ ਮਿਨਿਸਟਰ ਰਹੇ ਆ, ਸੋ ਸਟੀਵਨ ਹਾਰਪਰ ਦੇ ਕੈਬਨਿਟ ਦੇ ਵਿੱਚ ਮਿਨਿਸਟਰ ਵੀ ਰਹੇ ਆ। ਦੈਟਸ ਗੁੱਡ। ਸੋ ਹਰ ਇੱਕ ਪਾਸਿਓਂ ਐਕਸਪੀਰੀਅੰਸ ਹੈਗਾ। ਭਾਜੀ, ਜਿਹੜੇ ਆਪਣੇ ਨਵੇਂ ਲੀਡਰ ਨੇ ਐਰਨ ਟੂਲ ਜੀ, ਹਾਂਜੀ, ਇਹਨਾਂ ਨਾਲ ਰਿਲੇਟਡ ਇੱਕ ਕੰਟਰੋਵਰਸੀ ਨਹੀਂ ਕਹਾਂਗਾ ਮੈਂ ਵੀ, ਕਿਊਬਿਕ ਬਿੱਲ 20 ਦੀ ਗੱਲ ਕਰਾਂਗੇ। 21 ਦੀ, ਹਾਂਜੀ, ਹੈ ਨਾ ਜੀ। ਜਿਹੜਾ ਬਿੱਲ 21 ਸੀਗਾ, ਜਿਹਦੇ ਤਹਿਤ ਕਿਊਬਿਕ ਦੇ ਵਿੱਚ ਜਿਹੜੇ ਰਿਲੀਜੀਅਸ ਸਿੰਬਲਸ ਨੇ, ਸਪੈਸ਼ਲੀ ਔਨ ਵਰਕ ਪਲੇਸਿਸ, ਉਹਨਾਂ ਦੀ ਪ੍ਰੋਹਿਬਿਸ਼ਨ ਆ, ਰਾਈਟ? ਹਾਂਜੀ। ਤੋ ਕਈ ਆਪਣੇ ਭਾਈਚਾਰੇ ਦੇ ਵਿੱਚ ਇਸ ਗੱਲ ਦਾ ਰੋਸ਼ ਵੀ ਪਾਇਆ ਗਿਆ ਕਿ ਟਿਮ ਉੱਪਲ ਸਾਹਿਬ ਜਿਹੜੇ ਨੇ ਇੱਕ ਸਿੱਖ ਨੁਮਾਇੰਦੇ ਹੋਣ ਦੇ ਬਾਵਜੂਦ ਲੱਗਿਆ ਵੀ ਕਿਤੇ ਉਹਨਾਂ ਨੂੰ ਇਸ ਮੈਟਰ ਨੂੰ ਐਡਰੈਸ ਕਰਨਾ ਚਾਹੀਦਾ ਸੀਗਾ। ਨਹੀਂ, ਆਈ ਮੀਨ ਐਬਸੋਲੂਟਲੀ ਮੈਂ ਐਡਰੈਸ ਕੀਤਾ ਵੀ ਆ। ਆਈ ਸਪੋਕਨ ਆਊਟ ਅਗੇਂਸਟ ਇਟ। ਮੈਂ ਤਾਂ ਆਪ ਕਹਿ ਸਕਦਾ ਮੇਰੇ ਬੱਚੇ, ਹਾਂਜੀ, ਆਪ ਵੀ ਆ, ਮੇਰੇ ਬੱਚੇ ਆ, ਤੇ ਚਲ ਮੈਨੂੰ ਕੋਈ ਕਹਿ ਸਕਦਾ ਵੀ ਫਰੈਂਚ ਨਹੀਂ ਇੰਨੀ ਆਉਂਦੀ, ਪਰ ਮੇਰੇ ਬੱਚੇ ਤਾਂ ਹੁਣ ਫਰੈਂਚ ਸਕੂਲ ਦੇ ਵਿੱਚ ਵੀ ਪੜ੍ਹਦੇ ਆ, ਫੁੱਲੀ ਬਾਇਲਿੰਗੁਅਲ ਹੋਣਗੇ। ਉਹ ਮੇਰੇ ਆਪ ਦੇ ਬੱਚੇ ਫਿਊਚਰ ਦੇ ਵਿੱਚ
ਆਪਣੇ ਕੈਨੇਡਾ ਦੇ ਵਿੱਚ ਇੱਕ ਪ੍ਰੋਵਿੰਸ ਦੇ ਵਿੱਚੋਂ ਕਈ ਕਰੋ ਵੀ ਜੌਬਸ ਨੌਕਰੀਆਂ ਕਰ ਨਹੀਂ ਸਕਦੇ। ਬਿਲਕੁਲ देयर इज अ प्रॉब्लम विद दैट। बिल्कुल भी आप ये नहीं कह सकते भी हाँ भी वो सही है। बिल्कुल राइट। सो उस चीज़ मैं अगे भी बहुत क्लीयरली कहा सैकुलरिज्म तो देखो जी डेमोक्रेसी का एक थंब हुंदा राइट। हाँ जी ना सो उस चीज़ नहीं कदे एग्री कर सकते। ईवन एरन ओटूल ने भी ये कहा कहते भी मैं आर्मी दे विच सिखां दे नाल सर्व कीता। सो कहते इस चीज़ नूं मैं समझदा भी ये गलत आ पर ਉਸ ਨੂੰ ਕੀ ਕਹਿੰਦੇ ਸੀਗੇ ਬਿਕਾਜ਼ ਜਿਹੜਾ ਬਿੱਲ ਲਿਆਂਦਾ ਗਿਆ ਵਾ ਬਿੱਲ 21 ਕੁਬੈਕ ਨੇ ਉਹਨਾਂ ਨੇ ਇੱਕ ਕਲੌਜ਼ ਇਹ ਵਰਤਿਆ ਵਾ ਇਹ ਕਹਿ ਲਓ ਵੀ ਇੱਕ ਲੂਪਹੋਲ ਕਲੌਜ਼ ਆ ਵੀ ਹਿਊਮਨ ਰਾਈਟਸ ਬੇਸਿਸ ਤੇ ਉਸ ਬਿੱਲ ਨੂੰ ਨਹੀਂ ਤੁਸੀਂ ਰਿਜੈਕਟ ਕਰ ਸਕਦੇ ਈਵਨ ਇਨ ਦ ਸੁਪਰੀਮ ਕੋਰਟ। ਅੱਛਾ ਜੀ। they've used this notwithstanding clause। ਸੋ ਇਹ ਨਹੀਂ ਗਾ ਵੀ ਕੋਰਟ ਸਿਸਟਮ ਉਸ ਬਿੱਲ ਨੂੰ ਰਿਫਿਊਜ਼ ਕਰ ਦੇਣਗੇ ਨਾ ਹੀ ਫੈਡਰਲ ਗਵਰਨਮੈਂਟ ਕਰ ਸਕਦੀ ਆ ਕਿਉਂਕਿ ਜੇ ਕਰ ਸਕਦੇ ਸੀ ਹੁਣ ਨੂੰ ਜਸਟਿਨ ਟਰੂਡੋ ਨੇ ਕਰ ਦੇਣਾ ਸੀ। ਬਿਲਕੁਲ ਬਿਲਕੁਲ ਰਾਈਟ। ਸੋ ਲੈਟਸ ਨਾਟ ਸੇ ਵੀ ਇੱਕ ਪਾਰਟੀ ਵੱਧ ਕਰ ਰਹੀ ਆ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਜੇ ਕਰ ਸਕਦੇ ਸੀ ਮੇਰੇ ਹਿਸਾਬ ਨਾਲ ਕਰ ਦੇਣਾ ਸੀ। ਜਗਮੀਤ ਸਿੰਘ ਹਾਂਜੀ ਉਹਨਾਂ ਨੇ ਵੀ ਇਹੀ ਸੇਮ ਸਟੇਟਮੈਂਟ ਦਿੱਤੀ ਆ ਵੀ ਉਹ ਜਿਹੜਾ ਬਿੱਲ ਆ ਕੁਬੈਕ ਦੇ ਵਿੱਚ ਆ ਕੁਬੈਕ ਦੇ ਹੁਣ ਇਸ ਵੇਲੇ ਤੇ ਕੋਰਟਾਂ ਦੇ ਵਿੱਚ ਆ ਬਿਲਕੁਲ ਤੇ ਉਸ ਉੱਥੇ ਜੇ ਕੋਈ ਸੈਟਲਮੈਂਟ ਹੁੰਦੀ ਆ ਪਰ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਬਿੱਲ ਆ ਇਹ ਉਦੋਂ ਆਪਾਂ ਰਿਜ਼ੋਲਵ ਕਰ ਸਕਦੇ ਹਾਂ ਜਦੋਂ ਪੋਲੀਟੀਕਲੀ ਉੱਥੇ ਇਸ਼ੂ ਉਹਨਾਂ ਕੁਬੈਕਰਸ ਦੇ ਵਿੱਚ ਗੱਲ ਕੀਤੀ ਜਾਵੇ। ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਤੁਸੀਂ ਡਾਕਟਰ ਆ ਟੀਚਰ ਆ ਬਿਲਕੁਲ ਪੁਲਿਸ ਆਫਿਸਰ ਆ ਤੁਹਾਡੀ ਪੱਗ ਬੰਨੀ ਹੋਈ ਆ ਹਿਜਾਬ ਆ ਜਾਂ ਜੂਇਸ਼ ਕਿੱਪਾ ਵਾ ਬਿਲਕੁਲ ਵੀ ਬਹੁਤ ਲੋਕਾਂ ਲਈ ਆਏ ਆ ਵੀ ਅੱਜ ਕੰਮ ਕਰਦੇ ਹੋ ਇਹ ਨਹੀਂ ਕਹੋ ਵੀ ਕੱਲ੍ਹ ਨੂੰ ਤੁਸੀਂ ਲਾ ਕੇ ਆ ਕੇ ਕੰਮ ਤੇ ਆ ਜਾਓਗੇ। ਬਿਲਕੁਲ ਇਟਸ ਨਾਟ ਅ ਕੰਪਰੋਮਾਈਜ਼ ਸਿਚੁਏਸ਼ਨ ਡੈਫੀਨਿਟਲੀ। ਇਹ ਚੀਜ਼ ਉਸ ਬਹੁਤ ਲੋਕਾਂ ਨੂੰ ਹੱਲੇ ਭੁਲੇਖਾ ਵਾ ਵੀ ਕੀ ਫਰਕ ਆ ਕੱਲ੍ਹ ਨੂੰ ਤੁਸੀਂ ਲਾ ਕੇ ਆ ਜਾਓ ਡੈਫੀਨਿਟਲੀ। ਉਹਨਾਂ ਨੂੰ ਜਿੱਥੇ ਮੈਂ ਵੀ ਕਾਫੀ ਕਈ ਨਾਲ ਗੱਲ ਕੀਤੀ ਆ ਉਹਨਾਂ ਨੂੰ ਲੱਗਦਾ ਹੀ ਨਹੀਂਗਾ ਵੀ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਦੀ ਕਾਹਦੀ ਗੱਲ ਆ ਵੀ ਜੇ ਤੁਹਾਡਾ ਰਿਲੀਜਨ ਆ ਤੁਸੀਂ ਘਰੇ ਕਰੋ ਕੰਮ ਤੇ ਨਾ ਕਰੋ। ਬਿਲਕੁਲ ਬਟ ਇਟਸ ਨਾਟ ਪੋਸੀਬਲ ਆਪਣੇ ਲਈ ਇਟਸ ਅ ਵੇ ਆਫ ਲਾਈਫ। ਹਾਂ ਬਿਲਕੁਲ ਸਿੱਖਾਂ ਦਾ ਤੇ ਅਨਿਖੜਵਾਂ ਅੰਗ ਆ ਜੀ। ਹਾਂ ਜੀ ਆਪਾਂ ਤਾਂ ਉਸ ਚੀਜ਼ ਨੂੰ ਡਿਵਾਈਡ ਨਹੀਂ ਕਰ ਸਕਦੇ ਈਵਨ ਦੋ ਆਪਾਂ ਜਿਹੜੇ ਆਪਣੇ ਰਿਲੀਜਨ ਆ ਹਾਂਜੀ ਕੰਮ ਤੇ ਜਾਂ ਹੋਰ ਕਿਤੇ ਆਪਾਂ ਕਿਸੇ ਤੇ ਇੰਪੋਜ਼ ਨਹੀਂ ਕਰ ਰਹੇ। ਜੇ ਤੁਸੀਂ ਟੀਚਰ ਹੋ ਇਹ ਥੋੜੀ ਵੀ ਤੁਸੀਂ ਕਿਸੇ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਹੋਰ ਕੁਛ ਇਹ ਤਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਬਿਲਕੁਲ। ਸੋ ਇਹ ਜਿਹੜੀ ਗੱਲਾਂ ਨੇ ਉਹਨਾਂ ਨੂੰ ਐਕਚੁਅਲੀ ਸਮਝਾਉਣ ਦੀ ਲੋੜ ਆ ਐਜੂਕੇਸ਼ਨ ਦੀ ਲੋੜ ਆ ਇਹ ਪ੍ਰਮੋਸ਼ਨ ਕਰਨ ਦੀ ਲੋੜ ਆ ਲੋਕਲੀ ਇਹਨੂੰ ਰਿਜ਼ੋਲਵ ਕਰਨ ਦੀ ਲੋੜ ਆ ਲੋਕਲੀ ਰਿਜ਼ੋਲਵ ਕਰਨ ਦੀ ਲੋੜ ਆ ਜਦੋਂ ਲੋਕ ਇਸ ਚੀਜ਼ ਤੋਂ ਇਹ ਹੱਲੇ ਵੀ ਕੁਬੈਕ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਸਪੋਰਟ ਆ। ਬਿਲਕੁਲ। ਤੇ ਜਿੰਨਾ ਚਿਰ ਇੰਨੀ ਜ਼ਿਆਦਾ ਸਪੋਰਟ ਰਹੂ ਕੋਈ ਗਵਰਨਮੈਂਟ ਨੇ ਚੇਂਜ ਨਹੀਂ ਕਰਨੀ। ਬਿਲਕੁਲ ਵੀ ਆਪਾਂ ਨੂੰ ਇਹ ਪੋਲਿਟਿਕਸ ਅੰਡਰਸਟੈਂਡ ਕਰਨੀ ਪੈਣੀ ਡੈਫੀਨਿਟਲੀ। ਤੇ ਅਗਲਾ ਜਿਹੜਾ ਸਵਾਲ ਆ ਜੀ ਉਹ ਗੁਆਂਢੀ ਮੁਲਕ ਨਾਲ ਸੰਬੰਧਿਤ ਆ। ਹਾਂਜੀ। ਅਮਰੀਕਾ ਦੇ ਵਿੱਚ ਹੁਣੇ ਸੱਤਾ ਪਰਿਵਰਤਨ ਹੋ ਕੇ ਹਟਿਆ। ਦੈਟਸ ਰਾਈਟ। ਮਿਸਟਰ ਜੋ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਹੋ ਚੁੱਕੇ ਜੀ। ਆਲਦੋ ਜੇ ਟਰੰਪ ਨੂੰ ਪੁੱਛੋ ਉਹ ਨਹੀਂ ਮੰਨਦੇ ਜੀ ਉਹ ਨਹੀਂ ਮੰਨਦੇ ਪਰ ਯੈਸ ਇਲੈਕਸ਼ਨ ਕਮਲਾ ਹੈਰਿਸ ਜੀ ਫਸਟ ਫੀਮੇਲ ਵਾਈਸ ਪ੍ਰੈਜ਼ੀਡੈਂਟ ਬਣ ਚੁੱਕੇ ਨੇ। ਗ੍ਰੇਟ ਟੂ ਸੀ। ਤੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਰਿਲੇਸ਼ਨ ਨੇ ਜੀ ਉਹ ਹਮੇਸ਼ਾ ਹੀ ਬੜੇ ਲਾਈਕ ਸਿਗਨੀਫੀਕੈਂਟ ਨੇ। ਹਾਂਜੀ। ਤੇ ਤੁਸੀਂ ਐਜ਼ ਏ ਮੈਂਬਰ ਆਫ ਤੁਸੀਂ ਕੰਜ਼ਰਵੇਟਿਵ ਪਾਰਟੀ ਕਹਿ ਲਓ ਜਾਂ ਅਪੋਜੀਸ਼ਨ ਕਹਿ ਲਓ ਜਾਂ ਤੁਸੀਂ ਕੈਨੇਡੀਅਨ ਪੋਲਿਟਿਕਸ ਦਾ ਕਾਫੀ ਲਾਈਕ ਗਿਆਨ ਰੱਖਦੇ ਜੀ ਨੌਲੇਜ ਰੱਖਦੇ ਜੀ ਈਵਨ ਪ੍ਰੀਵੀਅਸਲੀ ਤੁਸੀਂ ਮਿਨਿਸਟਰ ਵੀ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ। ਸੋ ਇਹ ਜਿਹੜਾ ਸੱਤਾ ਦੇ ਵਿੱਚ ਪਰਿਵਰਤਨ ਹੋਇਆ ਵਾ ਇਹ ਕੈਨੇਡਾ US ਰਿਲੇਸ਼ਨਸ ਦੇ ਵਿੱਚ ਜਿਹੜਾ ਕੀ ਸਕਾਰਾਤਮਕ ਤੇ ਕੀ ਨਕਾਰਾਤਮਕ ਚੇਂਜਸ ਲੈ ਕੇ ਆ ਸਕਦਾ ਜੀ? ਦੇਖੋ ਜੀ ਇਹ ਹੁੰਦਾ ਵੀ ਅਮਰੀਕਾ ਦੇ ਵਿੱਚ ਜਿਹੜੀ ਮਰਜ਼ੀ ਗਵਰਨਮੈਂਟ ਹੋਵੇ ਕੈਨੇਡਾ ਨੇ ਉਹਨਾਂ ਦੇ ਨਾਲ ਕੰਮ ਕਰਨਾ ਹੀ ਪੈਣਾ। ਬਿਲਕੁਲ। ਵੀ ਹੈਵ ਦੈਟ ਕਾਈਂਡ ਆਫ ਰਿਲੇਸ਼ਨਸ਼ਿਪ ਨੇਬਰਸ ਆ ਗੁਆਂਢੀ ਆ। ਬਿਲਕੁਲ। ਇੰਨੀ ਜ਼ਿਆਦਾ ਆਪਣੀ ਟ੍ਰੇਡਿੰਗ ਰਿਲੇਸ਼ਨਸ਼ਿਪ ਚੱਲਦੀ ਆ। ਦੇਖੋ ਜੀ ਐਵਰੇਜ ਕਾਰ ਦੇ ਜੇ ਆਪਾਂ ਕਹਿ ਵੀ ਦਿੰਦੇ ਆ ਵੀ ਕੈਨੇਡਾ 'ਚ ਬਣਦੀ ਆ ਉਹ ਕਈ ਵਾਰੀ ਉਹਨਾਂ ਦੇ ਜਿਹੜੇ ਪਾਰਟ ਆ ਓਵਰ ਦ ਬਾਰਡਰ ਆਉਂਦੇ ਜਾਂਦੇ ਨੇ ਉੱਥੇ ਬਣਦੇ ਆ ਇੱਥੇ ਆਉਂਦੇ ਅਸੈਂਬਲੀ ਹੁੰਦੀ ਆ ਫਿਰ ਬੈਕ ਜਾਂਦੇ ਆ ਬਣ ਕੇ ਫਿਰ ਬੈਕ ਆਉਂਦੇ ਆ। ਸੋ ਆਪਣੀ ਜਿਹੜੀ ਇਕੋਨਮੀ ਆ ਦੇ ਇੰਟਰ ਰਿਲੇਟਡ ਵੈਰੀ ਸਟਰੋਂਗਲੀ। ਸੋ ਉਹ ਰਿਲੇਸ਼ਨਸ਼ਿਪ ਕਰਨੀ ਪੈਣੀ ਆ। ਅਨਫੋਰਚੂਨੇਟਲੀ ਕੀ ਹੋਇਆ ਪਿੱਛੇ ਜੇ ਜਦੋਂ ਈਵਨ ਚਲ ਠੀਕ ਆ ਟਰੰਪ ਦੀ ਆਪਸ ਵਿੱਚ ਵੀ ਕਈ ਗਲਤੀਆਂ ਨੇ ਪਰ ਜਿਹੜੇ ਜਸਟਿਨ ਟਰੂਡੋ ਨੇ ਕਦੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਉਸ ਦੇ ਅਗੇਂਸਟ ਬੋਲਿਆ ਸੀ ਜਾਂ ਕਈ ਜਦੋਂ ਟਰੰਪ ਆਪਦੇ ਇਮੀਗ੍ਰੇਸ਼ਨ ਪਾਲਿਸੀ ਅਨਾਉਂਸ ਕਰਦਾ ਸੀ ਜਸਟਿਨ ਟਰੂਡੋ ਨੇ ਟਵੀਟ ਕਰਤਾ ਵੀ ਕੋਈ ਨਾ ਤੁਸੀਂ ਇੱਧਰ ਆ ਜਾਓ ਕੈਨੇਡਾ ਇਜ਼ ਆਲਵੇਜ਼ ਵੈਲਕਮਿੰਗ। ਬਿਲਕੁਲ ਬਿਲਕੁਲ। ਉਹ ਬੰਦੇ ਨੂੰ ਇਨਸਲਟ ਹੋਈ ਆ। ਕਈ ਗੱਲਾਂ ਤੋਂ ਇਹਨਾਂ ਨੂੰ ਉਹ ਗਲਤੀਆਂ ਕੀਤੀਆਂ ਨੇ ਵੀ ਇੱਦਾਂ ਇਨਸਲਟ ਨਹੀਂ ਕਰਨਾ ਚਾਹੀਦਾ ਪਰਸਨਲੀ। ਬਿਲਕੁਲ। ਸੋ
ਡਿਪਲੋਮੇਸੀ ਤੁਹਾਨੂੰ ਯੂਜ਼ ਕਰਨੀ ਚਾਹੀਦੀ ਹੈ, ਡਿਪਲੋਮੇਸੀ ਯੂਜ਼ ਨਹੀਂ ਕਰਨੀ ਚਾਹੀਦੀ ਹੈ। ਸੋ ਉਸ ਗੱਲਾਂ ਤੋਂ ਮੈਂ ਕਹਿ ਰਿਹਾ ਵੀ ਹੋਪਫੁਲੀ ਨਾਓ ਜਿਹੜੇ ਰਿਲੇਸ਼ਨਸ਼ਿਪ ਹੋਵੇ ਨਵੀਂ ਗਵਰਨਮੈਂਟ ਆ ਟੂ ਹੈਵ ਅ ਬੈਟਰ ਸਟਰੋਂਗ ਰਿਲੇਸ਼ਨਸ਼ਿਪ। ਅਸੀਂ ਐਜ਼ ਕੰਜ਼ਰਵੇਟਿਵਸ ਅਸੀਂ ਇਹੀ ਕਿਹਾ ਸੀ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜੀ ਮਰਜ਼ੀ ਗਵਰਨਮੈਂਟ ਆ ਜਾਵੇ ਬਾਈਡਨ ਦੀ ਔਰ ਟਰੰਪਸ ਵੀ ਅਸੀਂ ਉਹਨਾਂ ਨਾਲ ਵਰਕ ਕਰਾਂਗੇ, ਵੀ ਆਰ ਰੈਡੀ ਟੂ ਡੂ ਦੈਟ। ਅਤੇ ਹੁਣ ਜੋ ਬਾਈਡਨ ਆਏ ਨੇ ਐਂਡ ਯੂ ਨੋ ਵਿਲ ਵਰਕ ਵਿਦ ਦੈਮ। ਓਬਵੀਅਸਲੀ ਹਰੇਕ ਗਵਰਨਮੈਂਟ ਦੇ ਵਿੱਚ ਕੁਛ ਚੀਜ਼ਾਂ ਸਾਨੂੰ ਕਹਿ ਲਓ ਵੀ ਵਧੀਆ ਵੀ ਲੱਗਦੀਆਂ, ਕੁਛ ਚੈਲੰਜਸ ਵੀ ਆ। ਬਿਲਕੁਲ ਵਧੀਆ ਉਹਨਾਂ 'ਚ ਇਹ ਹੋ ਸਕਦਾ ਕਹਿ ਸਕਦੇ ਹਾਂ ਵੀ ਆਪਾਂ ਹੀ ਬੀ ਲਾਈਕ ਉਹਨਾਂ ਦੇ ਜਿਹੜੇ ਪੋਲਿਸੀਜ਼ ਆ ਵਗੈਰਾ ਆਪਾਂ ਨੂੰ ਅੱਜ ਪਤਾ ਬਈ ਮੋਸਟਲੀ ਉਹ ਕੀ ਆ। ਬਿਲਕੁਲ ਉਹ ਟਰੰਪ ਵਾਂਗੂ ਇਹ ਨਹੀਂ ਵੀ ਰਾਤੋਂ ਰਾਤ ਚੇਂਜ ਕਰ ਦੇਣਗੇ, ਮੋਸਟ ਲਾਈਕਲੀ ਨਾਟ। ਹਾਂਜੀ, ਪਰ ਉਹਨਾਂ ਦੇ ਜਿਹੜੀ ਐਨਰਜੀ ਦੀ ਅਗੇਂਸਟ ਪਾਲਿਸੀਜ਼ ਨੇ ਸਪੈਸ਼ਲੀ ਅਲਬਰਟਾ ਵਾਸਤੇ ਦੈਟਸ ਗੋਇੰਗ ਟੂ ਬੀ ਅ ਚੈਲੰਜ। ਬਿਲਕੁਲ ਐਂਟੀ ਪਾਈਪਲਾਈਨ ਪਾਲਿਸੀਜ਼ ਉਹ ਆਪਾਂ ਨੂੰ ਫਿਰ ਵਰਕ ਕਰਨਾ ਪੈਣਾ। ਤੇ ਅਸੀਂ ਈਵਨ ਆਲਰੇਡੀ ਜਸਟਿਨ ਟਰੂਡੋ ਨੂੰ ਕਹਿ ਹਟੇ ਵੀ ਤੁਸੀਂ ਜਿਹੜੇ ਅਲਬਰਟਾ ਦੀ ਪਾਈਪਲਾਈਨਸ ਵਾਸਤੇ ਤੁਸੀਂ ਜ਼ਰੂਰ ਇਸ ਇਸ਼ੂ ਨੂੰ ਰੇਜ਼ ਕਰੋ, ਬਿਲਕੁਲ ਵਿੱਚ ਕੰਡੀਸ਼ਨ ਪਾਓ ਵੀ ਹਾਂ ਵੀ ਸਾਡੀ ਪਾਈਪਲਾਈਨਾਂ ਤੇ ਨਿਕਲਣੀਆਂ ਚਾਹੀਦੀਆਂ। ਬਿਲਕੁਲ ਇਹ ਨਹੀਂ ਕਿ ਵੀ ਹਰੇਕ ਚੀਜ਼ ਦੇ ਵਿੱਚ ਹੀ ਅਗਰੀ ਕਰ ਲਿਓ। ਬਿਲਕੁਲ ਸੋ ਯੂ ਹੈਵ ਟੂ ਫਾਈਟ ਔਨ ਥੀਸ ਇਸ਼ੂਜ਼। ਬਿਲਕੁਲ ਜੀ, ਕਿਉਂਕਿ ਅਲਬਰਟਾ ਦੇ ਪਾਈਪਲਾਈਨ ਅਲਬਰਟਾ ਦੇ ਲਾਈਫ ਲਾਈਨ ਨੇ। ਹਾਂਜੀ ਐਬਸੋਲੂਟਲੀ। ਭਾਜੀ ਹੋਰ ਵੀ ਕਾਫੀ ਅਹਿਮ ਮੁੱਦੇ ਨੇ ਜਿਨ੍ਹਾਂ ਉੱਪਰ ਗੱਲਬਾਤ ਕਰਨੀ ਆ। ਇੱਥੇ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ ਔਰ ਬ੍ਰੇਕ ਤੋਂ ਬਾਅਦ ਇਹ ਗੱਲਬਾਤ ਜਿਹੜੀ ਹੈ ਇਸ ਨੂੰ ਜਾਰੀ ਰੱਖਾਂਗੇ ਜੀ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਆਪ ਦਾ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਐਡਮਿੰਟਨ ਮਿਲਵੁਡਸ ਦੇ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਜੀ ਦੇ ਨਾਲ। ਭਾਜੀ ਰੀਸੈਂਟਲੀ ਇੰਡੀਆ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਉੱਥੋਂ ਦੀ ਉਹਨਾਂ ਨੇ ਐਗਰੀਕਲਚਰ ਨੂੰ ਲੈ ਕੇ, ਖੇਤੀਬਾੜੀ ਨੂੰ ਲੈ ਕੇ 3 ਬਿੱਲ ਪਹਿਲਾਂ ਪੇਸ਼ ਕੀਤੇ, ਫਿਰ ਉਹ ਹੁਣ ਕਾਨੂੰਨ ਬਣ ਚੁੱਕੇ ਨੇ। ਹਾਂਜੀ, ਔਰ ਉਸ ਨੂੰ ਲੈ ਕੇ ਪੰਜਾਬ ਵਿੱਚ, ਹਿੰਦੁਸਤਾਨ ਦੇ ਵਿੱਚ ਹਰੇਕ ਜਗ੍ਹਾ 'ਤੇ ਕਾਫੀ ਵੱਡੇ ਵਿਦਰੋਹ ਹੋਏ ਨੇ, ਰੈਲੀਆਂ ਹੋਈਆਂ ਨੇ ਆਪਣੇ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ। ਹਾਂਜੀ, ਇਸ ਸੰਬੰਧ ਵਿੱਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਰੈਲੀਆਂ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਹੋਈਆਂ ਨੇ ਔਰ ਉਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ। ਯੈਸ। ਤੇ ਤੁਸੀਂ ਇਸ ਟੌਪਿਕ ਨੂੰ ਲੈ ਕੇ ਕੀ ਐਫਰਟ ਕੀਤੇ ਨੇ ਹੁਣ ਤੱਕ? ਦੇਖੋ ਜੀ, ਯੂ ਐਬਸੋਲੂਟਲੀ ਰਾਈਟ ਵੀ ਜਿਹੜੇ ਇਹ ਪ੍ਰੋਟੈਸਟ ਹੋ ਰਹੇ ਨੇ ਆਪਣੇ ਸ਼ਹਿਰ 'ਚ ਵੀ ਹੋਏ, ਇੱਥੇ ਐਡਮਿੰਟਨ 'ਚ ਵੀ ਹੋਏ। 2 ਰੈਲੀਆਂ ਹੋਈਆਂ ਜੀ। 2 ਰੈਲੀਆਂ ਹੋਈਆਂ ਨੇ। ਇਟਸ ਆਈ ਵੁੱਡ ਸੇ ਇਟਸ ਅ ਵੈਰੀ ਕਲੋ ਵੀ ਇਮੋਸ਼ਨਲ ਇਸ਼ੂ ਹੈ ਲੋਕਾਂ ਵਾਸਤੇ, ਬਿਕਾਜ਼ ਜਿਹੜੇ ਪੰਜਾਬ ਦੇ ਨਾਲ ਕਨੈਕਸ਼ਨ ਆ, ਰਾਈਟ, ਬਿਲਕੁਲ ਉਹ ਇਟਸ ਵੈਰੀ ਵੈਰੀ ਸਟਰੋਂਗ। ਸੋ ਉਸ ਬੇਸ 'ਤੇ ਮੈਂ ਗੱਲ ਕੀਤੀ ਸੀ ਕਿ ਜਿਹੜੇ ਇੰਡੀਅਨ ਹਾਈ ਕਮਿਸ਼ਨਰ ਦੇ ਨਾਲ। ਹਾਂਜੀ, ਬਿਕਾਜ਼ ਐਜ਼ ਅ ਮੈਂਬਰ ਆਫ ਪਾਰਲੀਮੈਂਟ ਮੈਨੂੰ ਲੱਗਦਾ ਵੀ ਉਹ ਪ੍ਰੋਪਰ ਚੈਨਲ ਆ। ਬਿਲਕੁਲ, ਵੀ ਉਹਨਾਂ ਨੂੰ ਇਨਫੋਰਮ ਕਰਨ ਲਈ। ਹਾਂਜੀ, ਵੀ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਐਂਡ ਜਿਹੜੇ ਇੰਡੀਆ ਦੇ ਨਾਲ ਕਨੈਕਸ਼ਨ ਰੱਖ ਰਹੇ ਨੇ ਜਾਂ ਇੰਡੀਆ ਤੋਂ ਆਏ ਹੋਏ ਨੇ ਉਹਨਾਂ ਦੀ ਕੀ ਸੋਚ ਆ। ਬਿਲਕੁਲ। ਐਂਡ ਸੋ ਆਈ ਰੀਲੇਟ ਦੋਜ਼ ਕੰਸਰਨਸ। ਉਹਨਾਂ ਨੂੰ ਮੈਂ ਉਹ ਕੰਸਰਨ ਦੱਸੇ ਨੇ ਵੀ ਆਹ ਇਸ਼ੂਜ਼ ਨੇ, ਵੀ ਸਾਨੂੰ ਐਡਰੈਸ ਕਰਨਾ ਚਾਹੀਦਾ। ਠੀਕ ਹੈ ਜੀ। ਵੀ ਜਿਹੜੇ ਫਾਰਮਰਸ ਦੇ ਨਾਲ ਕੰਸਲਟੇਸ਼ਨ ਹੋਣੀ ਚਾਹੀਦੀ ਹੈ। ਬਿਲਕੁਲ, ਦੇ ਸ਼ੁਡ ਬੀ ਦੀ ਪਾਰਟੀ ਆਫ ਦਿਸ। ਹਾਂਜੀ, ਦੇ ਸ਼ੁਡ ਨੋ। ਵੀ ਮੇਰੇ ਵੱਲੋਂ ਇਹ ਹੈਗਾ ਵੀ ਦੇ ਸ਼ੁਡ ਨੋ ਵੀ ਤੇ ਕੀ ਹੋ ਰਿਹਾ। ਡੈਫੀਨਿਟਲੀ ਵੀ ਕੀ ਸੋਚ ਹੈ, ਫੀਡਬੈਕ ਹੋਣੀ ਚਾਹੀਦੀ ਆ from right across Canada ਵੀ ਜਿੱਥੇ ਹੋ ਰਿਹਾ। ਸੋ ਉਹ ਮੈਂ ਉਹਨਾਂ ਨੂੰ ਪੂਰੇ ਜਿਵੇਂ ਵਰਚੁਅਲ ਮੀਟਿੰਗ ਅਸੀਂ ਰੱਖੀ ਸੀਗੀ ਤੇ ਉਹਨਾਂ ਨੇ ਪੂਰਾ ਨੋਟ ਕੀਤਾ। ਸੋ ਉਹਨਾਂ ਦਾ ਰਿਐਕਸ਼ਨ ਕਿਵੇਂ ਦਾ ਸੀਗਾ ਇਸ ਸਾਰੇ ਮਸਲੇ ਨੂੰ ਲੈ ਕੇ? Obviously he knows too, we hold that, yeah, right? I mean, it's happening everywhere, so he knows. But ਫਿਰ ਵੀ you know it was a good conversation in the sense ਵੀ ਮੈਂ ਉਹਨਾਂ ਨੂੰ ਪੂਰੇ ਆਪਦੇ ਵੱਲੋਂ ਦੱਸਿਆ ਵਾ ਵੀ these are the problems that I'm hearing ਤੇ ਸਾਨੂੰ ਇਸ ਚੀਜ਼ ਨੂੰ ਐਡਰੈਸ ਕਰਨਾ ਚਾਹੀਦਾ। ਠੀਕ ਹੈ ਜੀ। ਇੱਕ ਭਾਜੀ ਆਪਣੀ ਨਾ ਲਾਸਟ ਇੱਕ ਹੋਰ ਵੀ ਇੰਟਰਵਿਊ ਸਕੈਜੂਲ ਹੋਈ ਸੀਗੀ। ਹਾਂਜੀ, ਪਰ ਉਸ ਦਿਨ ਮੈਨੂੰ ਪਤਾ ਵਾ ਵੀ ਹਾਊਸ ਆਫ ਕਾਮਨ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ। ਦੈਟਸ ਰਾਈਟ। ਹਾਂਜੀ, ਤੁਸੀਂ ਵੋਟ ਪਾਉਣੀ ਸੀ। ਆਈ ਥਿੰਕ ਉਹ ਜਿਹੜੀ ਮੀਟਿੰਗ ਥੋੜੀ ਜਿਹੀ ਲੇਟ ਹੋ ਗਈ। ਤੁਸੀਂ ਫਲਾਈਟ ਵੀ ਆਪਣੀ ਮਿਸ ਕਰ ਗਏ ਉਸ ਦਿਨ। ਔਰ ਉਹ ਜਿਹੜਾ ਮੋਸ਼ਨ ਲਿਆਂਦਾ ਗਿਆ ਲਿਬਰਲ ਗਵਰਨਮੈਂਟ ਦੇ ਅਗੇਂਸਟ, ਉਹ ਲਿਬਰਲ ਜਿਹੜਾ ਮੋਸ਼ਨ ਸੀਗਾ ਕੀ ਪਰਪਸ ਸੀਗਾ ਔਰ ਕੀ ਤੁਸੀਂ ਐਕਸਪੈਕਟ ਕਰਦੇ ਸੀ ਇਹ ਤੋਂ? ਦੇਖੋ ਜੀ, ਉਹ ਮੋਸ਼ਨ ਇੱਦਾਂ ਲਿਆਂਦਾ ਸੀਗਾ ਬਿਕਾਜ਼ ਆਫ ਜਿਹੜਾ ਮੋਸਟਲੀ ਵੀ ਸਕੈਂਡਲ ਕਰਕੇ, ਵੀ ਚੈਰਿਟੀ ਸਕੈਂਡਲ ਕਰਕੇ। ਵੀ ਚੈਰਿਟੀ ਦੇ ਵਿੱਚ ਇਹ ਆ ਵੀ ਉਹਨਾਂ ਨੂੰ ਵੀ ਚੈਰਿਟੀ ਨੂੰ ਆਲਮੋਸਟ $500 million ਦਾ ਕੰਟਰੈਕਟ ਮਿਲਿਆ। ਬਿਲਕੁਲ। ਤੇ ਉਹੀ ਸੇਮ ਚੈਰਿਟੀ ਨੇ ਜਸਟਿਨ ਟਰੂਡੋ ਦੇ ਮਦਰ ਨੂੰ ਸਨੇ ਫੀਸ ਫੂਸ ਲੈ ਕੇ ਕਹਿ ਲਓ ਵੀ ਆਲਮੋਸਟ $4 ਤੋਂ $5 ਲੱਖ ਦਿੱਤਾ ਹੋਇਆ।
ਅੱਛਾ ਜੀ। ਉਹਨਾਂ ਦੀ ਵਾਈਫ ਨੂੰ ਵੀ ਪੋਜੀਸ਼ਨ ਦਿੱਤੀ ਹੋਈ ਆ, ਬ੍ਰਦਰ ਨੂੰ ਪੈਸੇ ਮਿਲੇ ਹੋਏ ਆ, ਫਾਈਨੈਂਸ ਮਿਨਿਸਟਰ ਨੂੰ $40,000 ਦਾ ਫ੍ਰੀ ਟਰੈਵਲ ਮਿਲਿਆ ਹੋਇਆ। ਉਹਨਾਂ ਨੂੰ ਆਈ ਥਿੰਕ ਰਿਜ਼ਾਈਨ ਵੀ ਕਰਨਾ ਪਿਆ, ਉਹਨਾਂ ਨੂੰ ਫਾਇਰ ਕਰਤਾ ਇਸ ਚੀਜ਼ ਕਰਕੇ। ਸੋ ਅਸੀਂ ਕਹਿੰਦੇ ਸੀ ਵੀ ਇਸ ਚੀਜ਼ ਨੂੰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਪ੍ਰੋਪਰ ਸਾਰੇ ਡਾਕੂਮੈਂਟ ਮਿਲਣੇ ਚਾਹੀਦੇ ਆ। ਬਿਲਕੁਲ। ਉਹਨਾਂ ਨੇ ਕੁਝ ਡਾਕੂਮੈਂਟ ਦਿੱਤੇ ਸੀ ਕਮੇਟੀ ਦੇ ਥਰੂ, ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਵੀ ਕੁਝ ਡਾਕੂਮੈਂਟ ਮਿਲਣ। ਉਹ ਡਾਕੂਮੈਂਟ ਦੇਤੇ ਪਰ ਬਹੁਤ ਜ਼ਿਆਦਾ ਡਾਕੂਮੈਂਟ ਵਿੱਚੋਂ ਤਾਂ ਜਮਾ ਹੀ ਬਲੈਕ ਆਊਟ ਕੀਤੇ ਹੋਏ ਆ। ਉਹ ਕਹਿੰਦੇ ਵੀ ਕੁਝ ਨੈਸ਼ਨਲ ਸਿਕਿਉਰਿਟੀ ਕਰਕੇ ਅਸੀਂ ਉਹਨਾਂ ਸ਼ੇਅਰ ਨਹੀਂ ਕਰ ਸਕਦੇ। ਠੀਕ ਹੈ ਜੀ। ਪਰ ਇਹ ਹੁਣ ਵੋਲੰਟੀਅਰਿੰਗ ਚੈਰਿਟੀ ਦੇ ਨਾਲ ਕੰਟਰੈਕਟ ਸੀ, ਬਿਲਕੁਲ, ਉਹਦੇ ਵਿੱਚ ਤਾਂ ਇੰਨੀ ਜ਼ਿਆਦਾ ਰਿਡਕਸ਼ਨ ਨਹੀਂ ਹੋਣੀ ਚਾਹੀਦੀ। ਸੋ ਅਸੀਂ ਇਹ ਕਹਿੰਦੇ ਸੀ ਵੀ ਕਰਪਸ਼ਨ ਕਮੇਟੀ ਹੋਣੀ ਚਾਹੀਦੀ ਆ, ਹਾਂਜੀ, ਜਿੱਥੇ ਆਪੋਜੀਸ਼ਨ ਮੈਂਬਰਸ ਨੂੰ ਪ੍ਰੋਪਰ ਪਾਵਰ ਹੋਵੇ। ਬਿਲਕੁਲ। ਤੇ ਇਹ ਜਿਹੜੇ ਡਾਕੂਮੈਂਟਸ ਵਗੈਰਾ ਸੀ ਉਹ ਇਨਵੈਸਟੀਗੇਸ਼ਨ ਕਰੀਏ। ਸੋ ਅਸੀਂ ਉਹਨੂੰ ਨਾਨ ਕੌਨਫੀਡੈਂਸ ਮੋਸ਼ਨ ਨਹੀਂ ਬਣਾਇਆ ਸੀ। ਬਿਲਕੁਲ। ਇਟ ਵਾਸ ਜਸਟ ਅ ਕਮੇਟੀ ਮੋਸ਼ਨ। ਵੀ ਕਮੇਟੀ ਬਣਨੀ ਚਾਹੀਦੀ ਆ। ਬਿਲਕੁਲ। ਪਹਿਲੀ ਵਾਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਮੇਟੀ ਬਣਾਉਣ ਦੇ ਤੌਰ ਤੇ ਉਹਨਾਂ ਨੇ ਨਾਨ ਕੌਨਫੀਡੈਂਸ ਮੋਸ਼ਨ ਬਣਾਤਾ। ਲਿਬਰਲਸ ਨੇ ਕਿਹਾ, ਅੱਛਾ ਜੀ, ਕਹਿੰਦੇ ਜੇ ਇਹ ਕਮੇਟੀ ਬਣ ਗਈ ਗਵਰਨਮੈਂਟ ਟੁੱਟ ਜਾਣੀ ਆ, ਵੀ ਇਲੈਕਸ਼ਨ ਹੋਣੀ ਚਾਹੀਦੀ ਆ। ਬਿਲਕੁਲ ਬਿਲਕੁਲ। ਸੋ ਅਸੀਂ ਆਪਦੇ ਵੱਲੋਂ ਫਿਰ ਵੀ ਉੱਥੇ ਰਹੇ ਵੀ ਉਹ ਕਮੇਟੀ ਬਣਨੀ ਚਾਹੀਦੀ ਆ। ਬਿਲਕੁਲ। ਸਾਡੇ ਨਾਲ ਬਲਾਕ ਵਾਲੇ ਵੀ ਲੱਗ ਗਏ ਵੀ ਹਾਂ ਵੀ ਇਹ ਗਲਤ ਗੱਲ ਹੋ ਰਹੀ ਆ, ਵੀ ਗੱਲ ਹੋ। ਪਰ NDP ਜਗਮੀਤ ਸਿੰਘ ਉਹਨਾਂ ਨੇ ਜਸਟਿਨ ਟਰੂਡੋ ਦੇ ਨਾਲ ਵੋਟ ਪਾਤੀ ਵੀ ਇਲੈਕਸ਼ਨ ਨਾ ਹੋਵੇ। That's their only reason was ਵੀ ਇਲੈਕਸ਼ਨ ਨਾ ਹੋਵੇ। ਉਹ ਤੇ ਚਲੋ ਚੰਗੀ ਗੱਲ ਸਮਝ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ। ਅਸੀਂ ਵੀ ਇਹੀ ਕਹਿੰਦੇ ਸੀ ਵੀ ਇਲੈਕਸ਼ਨ ਨਹੀਂ ਹੋਣੀ ਚਾਹੀਦੀ। ਬਿਲਕੁਲ। ਪਰ ਇਹਨਾਂ ਦੀ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਬਿਲਕੁਲ। ਸੋ ਠੀਕ ਆ, ਉਸ ਸਰਕਾਰ ਨੂੰ ਜ਼ਿੰਮੇਵਾਰ ਬਣਾਉਣਾ ਤਾਂ ਜ਼ਰੂਰੀ ਹੈ ਜੀ। ਹਾਂਜੀ। ਸੋ ਉਸ ਦਿਨ ਜਿਵੇਂ ਤੁਸੀਂ ਕਹਿੰਦੇ ਵੀ ਫਲਾਈਟਾਂ ਮਿਸ ਹੋ ਗਈਆਂ ਸੀਗੀਆਂ, ਠੀਕ ਆ, ਤੇ ਵੋਟਾਂ ਪਾਉਂਦੇ ਸੀਗੇ। ਠੀਕ ਹੈ ਜੀ। ਗਵਰਨਮੈਂਟ ਵੋਟ ਜਿੱਤ ਗਏ। ਸੋ ਗਵਰਨਮੈਂਟ ਨਹੀਂ ਟੁੱਟੀ। ਬਿਲਕੁਲ। ਇਲੈਕਸ਼ਨ ਨਹੀਂ ਹੋਈ। ਹਾਂਜੀ ਹਾਂਜੀ। ਪਰ ਉਹ ਜਿਹੜੀ ਇਨਵੈਸਟੀਗੇਸ਼ਨ ਆ ਉਹ ਤਾਂ ਜ਼ਰੂਰ ਫਿਰ ਵੀ ਹੋਣੀ ਚਾਹੀਦੀ। ਜ਼ਰੂਰੀ ਹੈ ਜੀ, ਜ਼ਰੂਰੀ ਆ। ਇੱਕ ਜੀ ਅਕਤੂਬਰ 30 2020 ਨੂੰ ਤੁਸੀਂ ਹਾਊਸ ਆਫ ਕਾਮਨ ਦੇ ਵਿੱਚ ਸਟੇਟਮੈਂਟ ਦੇ ਰਹੇ ਸੀਗੇ ਕਿ ਜਿਹੜੀ ਗਵਰਨਮੈਂਟ ਆ ਫਿਸਕਲ ਅਪਡੇਟ ਨਹੀਂ ਦੇ ਰਹੀ ਪ੍ਰੋਪਰ। ਦੈਟਸ ਟਰੂ। ਔਰ ਜਿਹੜੀ ਇਕੋਨਮੀ ਨੂੰ ਆਫਟਰ ਦਿਸ ਪੈਂਡੈਮਿਕ ਕਿਵੇਂ ਬੈਕ ਟੂ ਟਰੈਕ ਲਿਆਉਣਾ ਵਾ ਉਹਦੇ ਵਾਸਤੇ ਕੋਈ ਪਲਾਨ ਨਹੀਂ ਦੇ ਰਹੀ। ਹਾਂਜੀ। ਤੁਸੀਂ ਨਾਲ ਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ G7 ਦੇ ਕੰਟਰੀਜ਼ ਵਿੱਚ ਸਭ ਤੋਂ ਵੱਧ ਆ, ਸਭ ਤੋਂ ਜ਼ਿਆਦਾ ਜੀ। ਔਰ ਖਾਸ ਕਰਕੇ ਅਲਬਰਟਾ ਦੇ ਵਿੱਚ 12% ਆ। ਦੈਟਸ ਰਾਈਟ। ਸੋ ਇਹ ਸਾਰੇ ਮੁੱਦੇ ਜਿਹੜੇ ਸੀ, ਔਰ ਇਸ ਤੋਂ ਇਲਾਵਾ ਬਈ ਮਿਲੀਅਨਸ ਆਫ ਜਿਹੜੇ ਕੈਨੇਡੀਅਨਸ ਨੇ ਦੇ ਆਰ ਆਊਟ ਆਫ ਜੌਬ ਟੂ, ਰਾਈਟ। ਸੋ ਇਹ ਜਿਹੜੇ ਸਾਰੇ ਮੁੱਦੇ ਨੇ ਕੁੱਲ ਮਿਲਾ ਕੇ ਤੁਸੀਂ ਕੀ ਦੇਖਦੇ ਵੀ ਕਿਵੇਂ ਸਰਕਾਰ ਨੂੰ ਤੁਸੀਂ ਜ਼ਿੰਮੇਵਾਰ ਬਣਾ ਸਕਦੇ ਜੇ ਤਾਂ ਕਿ ਇੱਕ ਸਹੀ ਇੱਕ ਪਲਾਨ ਜਿਹੜਾ ਵਾ ਹੋਣਾ ਚਾਹੀਦਾ ਕਿ ਰਿਕਵਰੀ ਕੀਤੀ ਜਾ ਸਕੇ ਇਕੋਨਮੀ ਦੀ? ਦੇਖੋ ਜੀ, ਮੈਂ ਇਹ ਸਟੇਟਮੈਂਟ ਦੇ ਵਿੱਚ ਵੀ ਕਿਹਾ ਸੀਗਾ ਵੀ ਜੇ ਆਪਾਂ ਪ੍ਰੋਪਰ ਰਿਕਵਰੀ ਕਰਨੀ ਹੈ ਪੈਂਡੈਮਿਕ ਤੋਂ ਬਾਅਦ, ਜਾਂ ਹੁਣ ਵੀ, ਬਿਕਾਜ਼ ਪੈਂਡੈਮਿਕ ਤਾਂ ਹੌਲੀ ਹੌਲੀ ਚੱਲੀ ਜਾਣਾ ਡੈਫੀਨਿਟਲੀ, ਇਸ ਦੇ ਵਿੱਚ ਅਲਬਰਟਾ ਦੀ ਇਕੋਨਮੀ ਬੂਸਟ ਕਰਨੀ ਜ਼ਰੂਰੀ ਆ। ਬਿਲਕੁਲ। ਜਦੋਂ ਅਲਬਰਟਾ ਦੇ ਵਿੱਚ ਇਕੋਨਮੀ ਵਧੀਆ ਚੱਲਦੇ ਆ ਫਿਰ ਸਾਰੇ ਪਾਸੇ ਰੋਡਸ ਬਣਦੇ ਆ, ਹਸਪੀਟਲਸ ਬਣਦੇ ਆ, ਸਾਰੇ all over the country। ਬਿਲਕੁਲ। ਕੁਬੈਕ ਨੂੰ ਵੀ ਫਾਇਦਾ, ਇੱਧਰ BC ਨੂੰ ਵੀ ਫਾਇਦਾ, ਸਾਰਿਆਂ ਨੂੰ ਫਾਇਦਾ ਹੋ ਰਿਹਾ ਬਿਕਾਜ਼ ਅਲਬਰਟਾ ਦੇ ਵਿੱਚ ਜਿਹੜੇ ਇਕੋਨਮੀ ਜਦੋਂ ਬੂਸਟ ਹੁੰਦੀ ਆ ਸਾਰੇ ਪਾਸੇ ਟੈਕਸ ਡਾਲਰਸ ਜਾਂਦੇ ਆ। ਡੈਫੀਨਿਟਲੀ, ਰਾਈਟ। ਤੇ ਉਸ ਚੀਜ਼ ਤੋਂ ਪਤਾ ਮੈਂ ਉਹ ਕਹਿ ਰਿਹਾ ਸੀਗਾ ਵੀ ਅਲਬਰਟਾ ਦੀ ਇਕੋਨਮੀ ਨੂੰ ਬੂਸਟ ਕਰਨਾ ਚਾਹੀਦਾ। ਬਿਲਕੁਲ। ਅਲਬਰਟਾ ਦੀ ਜਿਹੜੀ ਐਨਰਜੀ ਇੰਡਸਟਰੀ ਆ ਉਸ ਨੂੰ ਹੈਲਪ ਕਰੋ। ਡੈਫੀਨਿਟਲੀ। ਜੇ ਤੁਸੀਂ ਫਾਈਨੈਂਸ਼ਲੀ ਨਹੀਂ ਹੈਲਪ ਕਰਨਾ, ਭਲਾਂ ਦੀ ਹੋਰ ਬਹੁਤ ਇੰਡਸਟਰੀ ਨੂੰ ਫਾਈਨੈਂਸ਼ਲੀ ਹੈਲਪ ਕੀਤੀ ਹੈ, ਅਲਬਰਟਾ ਦੀ ਇੰਡਸਟਰੀ ਨੂੰ ਨਹੀਂ ਕੀਤੀ। ਹਾਂਜੀ। ਐਨਰਜੀ ਇੰਡਸਟਰੀ ਨੂੰ ਫਾਈਨੈਂਸ਼ਲੀ ਨਹੀਂ ਹੈਲਪ ਕੀਤੀ। ਜੇ ਨਹੀਂ ਫਾਈਨੈਂਸ਼ਲੀ ਕਰਨੀ, ਐਟਲੀਸਟ ਜਿਹੜੇ ਉਹਨਾਂ ਨੇ ਰੋਡ ਬਲੌਕਸ ਲਾਏ ਹੋਏ ਆ ਉਹ ਰਿਮੂਵ ਕਰ ਦਿਓ। ਰੈਂਟੇਪਿਜ਼ਮ ਕਾਫੀ ਹੈ। ਯੈਸ। ਜਿਹੜੇ ਬਿੱਲ C-69 ਉਸ ਦੇ ਨਾਲ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ ਬਹੁਤ ਔਖੇ ਆ। ਬਿਲਕੁਲ, ਰਾਈਟ। ਉਹ ਕੰਡੀਸ਼ਨ ਹੀ ਇਹੋ ਜਿਹੀਆਂ ਪਾਤੀਆਂ ਵੀ ਜਿਹੜੇ ਇਨਵੈਸਟਰਸ ਆ, ਬਿਗ ਇਨਵੈਸਟਰਸ, ਉਹ ਆਪਦੇ ਇਨਵੈਸਟਮੈਂਟ ਇੱਥੇ ਕਰ ਨਹੀਂ ਰਹੇ। ਇਨਫੈਕਟ ਆਪਾਂ ਆਪ ਦੇਖਿਆ ਵਾ ਬਿਲੀਅਨਸ ਆਫ ਡਾਲਰਸ ਇਨਵੈਸਟਮੈਂਟ ਇੱਥੋਂ ਚਲੀ ਗਈ ਤੇ ਉਸ ਦੇ ਨਾਲ ਨਾਲ ਜੌਬਸ ਵੀ ਚਲੀ ਗਈਆਂ। ਬਿਲਕੁਲ ਬਿਲਕੁਲ। ਸੋ ਵੀਰ ਸੇਇੰਗ ਵੀ ਜਿਹੜਾ C-69 ਬਿੱਲ ਆ ਉਹ ਆਪਾਂ ਬੈਕ ਲੈ ਲਓ। ਕਾਫੀ ਅਲਬਰਟਨਸ, ਖਾਸ ਕਰਕੇ ਐਡਮੰਟੋਨੀਅਨਸ, ਮੈਂ ਵੀ ਨੋਟਿਸ ਕੀਤੇ ਆ ਜੀ, ਪਲਾਇਨ ਕਰ ਰਹੇ ਨੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਜੀ। ਹਾਂਜੀ। ਟੈਕਸਸ ਵਿੱਚ ਬਹੁਤ ਜ਼ਿਆਦਾ ਕਰ ਰਹੇ ਆ, ਇੱਥੋਂ ਇਕੁਇਪਮੈਂਟ ਵੇਚ ਕੇ ਜਾਂ ਇਕੁਇਪਮੈਂਟ ਇੱਥੋਂ ਲੈ ਕੇ ਸਾਰੇ ਉੱਥੇ ਮੂਵ ਕਰੀ ਜਾਂਦੇ। ਬਿਲਕੁਲ ਬਿਲਕੁਲ। ਬਿਕਾਜ਼ ਆਫ ਡਿਫਰੈਂਟ ਰੈਗੂਲੇਸ਼ਨਸ। ਸੋ ਮੈਂ ਇਹ ਵੀ ਕਹਿ ਰਿਹਾ ਸੀ ਵੀ ਠੀਕ ਆ ਤੁਸੀਂ ਪੈਸੇ ਨਹੀਂ ਦਿੰਦੇ ਨਾ ਦਿਓ, ਪਰ ਐਟਲੀਸਟ ਕੰਡੀਸ਼ਨ ਇਹੋ ਜਿਹੇ ਹੋਣ ਵੀ ਜਿੱਥੇ ਇਨਵੈਸਟਮੈਂਟ ਦੁਆਰਾ ਇੱਥੇ ਆ ਸਕੇ, ਜਾਂ ਜਿਹੜੇ ਪ੍ਰੋਜੈਕਟ ਆਲਰੇਡੀ ਪਾਈਪਲਾਈਨ ਕਲੀਅਰ ਕਰਨਾ ਚਾਹੀਦਾ। ਕੁਛ ਇਹੋ ਜਿਹੇ ਪ੍ਰੋਜੈਕਟ ਵੀ ਆ ਵੀ ਜਿਹੜੇ ਉੱਥੇ ਕੈਬਨਿਟ ਕੋਲੇ ਹੀ ਪਏ ਆ, ਇਹਨਾਂ ਨੇ ਬਹੁਤ ਚਿਰ ਦੇ ਉਹ ਪ੍ਰੋਜੈਕਟ ਅਪਰੂਵ ਹੀ ਨਹੀਂ ਕੀਤੇ। ਬਿਲਕੁਲ। ਸੋ ਉਹ ਪ੍ਰੋਜੈਕਟ ਹੀ ਅਪਰੂਵ ਕਰਦੇ ਆ, ਉਹ ਇਨਵੈਸਟਮੈਂਟ ਵੀ ਹੁਣ ਆ ਸਕਦੀ, ਅਲਬਰਟਾ ਦਾ ਭਲਾ ਹੋ ਸਕਦਾ, ਜੌਬਸ ਸ਼ੁਰੂ ਕਰ ਸਕਦੇ ਆ, ਪਰ ਉਹ ਪ੍ਰੋਜੈਕਟ ਹੀ ਨਹੀਂ ਸ਼ੁਰੂ ਕਰ ਰਹੇ। ਠੀਕ ਹੈ ਜੀ। ਤੇ ਅਪਰੂਵਲ ਨਹੀਂ ਦੇ ਰਹੇ। ਸੋ ਦੈਟਸ ਦ ਬਿਗੇਸਟ ਪ੍ਰੋਬਲਮ। ਅਸੀਂ ਪੁਸ਼ ਕਰ ਰਹੇ ਹਾਂ, ਬਟ ਅਸੀਂ ਆਪਦੇ ਵੱਲੋਂ ਡੈਫੀਨਿਟਲੀ ਜੀ ਆਪੋਜੀਸ਼ਨ ਪਾਰਟੀ ਦਾ ਰੋਲ ਹੀ ਇਹੀ ਹੁੰਦਾ ਵਾ ਕਿ ਗਵਰਨਮੈਂਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਕਾਊਂਟੇਬਲ ਬਣਾਇਆ ਜਾਵੇ, ਟਰਾਂਸਪੇਰੈਂਟ ਬਣਾਇਆ ਜਾਵੇ। ਮੈਂ ਤੁਹਾਡੀ ਜੀ ਇੱਕ ਫੇਸਬੁੱਕ ਦੇ ਉੱਪਰ ਦੇਖ ਰਿਹਾ ਸੀਗਾ, ਪੋਸਟ ਪਾਈ ਸੀ ਤੁਸੀਂ ਕਿ ਟਰੂਡੋ ਬ੍ਰੇਕਸ ਰੈਕਰਡਸ। ਹਾਂਜੀ।
longest period in Canadian history with no economic plan, 577 days and continuing. ਦੇਖੋ ਜੀ ਜਸਟਿਨ ਟਰੂਡੋ ਦੇ ਰੈਕੋਰਡ ਤਾਂ ਕਈ ਤੋੜੇ ਆ। ਅੱਛਾ ਜੀ, ਠੀਕ ਹੈ। ਸਪੈਸ਼ਲੀ ਸਕੈਂਡਲ ਦੇ ਹਿਸਾਬ ਨਾਲ ਇੰਨੇ ਐਥਿਕਸ ਵਾਇਓਲੇਸ਼ਨਸ ਇੰਨੇ ਕਦੇ ਗਿਲਟੀ ਨਹੀਂ ਕਦੇ ਕੋਈ ਪ੍ਰਾਈਮ ਮਿਨਿਸਟਰ ਹੋਏ। ਬਿਲਕੁਲ। ਪਰ ਇਹ ਜਿਹੜਾ ਹੈਗਾ ਦਿਸ ਵਨ ਅਫੈਕਟਸ ਐਵਰੀਬਾਡੀ ਵੀ ਜਿਹੜਾ ਬਜਟ ਆ ਆਲਮੋਸਟ ਆਈ ਥਿੰਕ ਹੁਣ 600 ਦਿਨ ਹੋ ਗਏ ਬਜਟ ਨਹੀਂ ਲਿਆਂਦਾ। ਬਿਲਕੁਲ। ਬਜਟ ਨੂੰ ਆਪਾਂ ਨੂੰ ਲੋੜ ਆ ਬਿਲਕੁਲ ਟੂ ਸੀ ਵੇਅਰ ਵੀ ਸਟੈਂਡ ਫਾਈਨੈਂਸ਼ੀਅਲੀ। ਡੈਫਿਸਿਟ ਕੀ ਆ ਸਾਡਾ? ਹਾਂ ਜੀ, ਉਹ ਡੈਫਿਸਿਟ ਕੀ ਆ, ਓਵਰਆਲ ਸਪੈਂਡਿੰਗ ਪਲਾਨ ਕੀ ਆ, ਰਿਕਵਰੀ ਪਲਾਨ ਕਿਹੜੀ ਜਗ੍ਹਾ ਤੇ ਤੁਸੀਂ ਸਪੈਂਡਿੰਗ ਕਰਨ ਦੀ ਪਲਾਨ ਕਰ ਰਹੇ ਹੋ। ਤੇ ਠੀਕ ਖਰਚਾ ਬਹੁਤ ਕਰ ਰਹੇ ਨੇ। ਬਿਲਕੁਲ। There's no doubt about it. So much money is going out the door. Definitely. ਕੁਛ ਸਪੈਂਡਿੰਗ ਅਸੀਂ ਅਗਰੀ ਕਰਦੇ ਹਾਂ ਬਿਕਾਜ਼ ਕੁਛ ਸਪੈਂਡਿੰਗ ਦੀ ਲੋੜ ਆ। ਜਿਵੇਂ $2,000 ਇੰਡੀਵਿਜੂਅਲ ਦਿੱਤਾ ਜਾਂ ਸਮਾਲ ਬਿਜ਼ਨਸ ਨੂੰ ਜਿਹਨਾਂ ਦੇ ਕੰਮ ਕਰ ਰਹੇ we have to help them ਪੈਂਡੈਮਿਕ ਕਰਕੇ। ਬਟ ਹੋਰ ਵੀ ਬਹੁਤ ਫਾਲਤੂ ਖਰਚਾ ਵੀ ਹੋ ਰਿਹਾ। ਸੋ ਅਸੀਂ ਕਹਿੰਦੇ ਵੀ ਜਿਹੜੀ ਸਪੈਂਡਿੰਗ ਆ ਟਾਰਗੇਟਡ ਸਪੈਂਡਿੰਗ ਹੋਣੀ ਚਾਹੀਦੀ ਹੈ। ਸੋ ਪਲਾਨ ਦੱਸੋ ਕੀ ਆ, ਪਲਾਨ ਦਿਖਾਓ। ਪਰ ਹਾਲੇ ਤੱਕ ਇਹਨਾਂ ਨੇ ਬਜਟ ਨਹੀਂ ਪ੍ਰੈਜ਼ੈਂਟ ਕੀਤਾ। ਐਂਡ ਉਸ ਬਜਟ ਦੇ ਬੇਸ ਤੇ ਤਾਂ ਈਵਨ ਬਿਜ਼ਨਸਿਸ ਸਪੈਸ਼ਲੀ ਬਿਗ ਬਿਜ਼ਨਸਿਸ ਜਾਂ ਇਨਵੈਸਟਰ ਉਹ ਬਜਟ ਦੇਖ ਕੇ ਇਨਵੈਸਟਮੈਂਟ ਕਰਦੇ ਨੇ। ਡੈਫੀਨਿਟਲੀ ਵੀ ਪਲੈਨਿੰਗ ਕੀ ਆ। ਡੈਫੀਨਿਟਲੀ ਹਰੇਕ ਕੰਪਨੀ ਆਪਣੇ ਬਜਟ ਪ੍ਰੈਜ਼ੈਂਟ ਕਰਦੇ ਨੇ ਵੀ ਅਸੀਂ ਇਸ ਸਾਲ ਕੀ ਕਰ ਰਹੇ ਨੇ ਜਾਂ ਜੇ ਘਾਟੇ 'ਚ ਜਾਂਦੇ ਹਾਂ ਕਿੰਨਾ ਕੁ ਜਾਵਾਂਗੇ। ਇਹ ਹਲੇ ਬਜਟ ਹੀ ਨਹੀਂ ਪ੍ਰੈਜ਼ੈਂਟ। ਬਜਟਿੰਗ ਤੇ ਦੇਖੋ ਜੀ ਘਰ ਤੋਂ ਸ਼ੁਰੂ ਹੋ ਜਾਂਦੀ ਹੈ ਰਾਈਟ। ਹਾਂਜੀ ਐਬਸੋਲੂਟਲੀ। ਤੁਹਾਨੂੰ ਹਿਸਾਬ ਲਾਉਣਾ ਪੈਂਦਾ ਵੀ ਆਮਦਨੀ ਕਿੰਨੀ ਆ ਤੇ ਖਰਚਾ ਕਿੰਨਾ ਕੁ ਕਰਨਾ ਉਸ ਹਿਸਾਬ ਨਾਲ ਰਾਈਟ। ਦੈਟਸ ਰਾਈਟ। ਇੱਕ ਭਾਜੀ ਮੈਂ ਹੋਰ ਦੇਖ ਰਿਹਾ ਸੀਗਾ ਵੀ ਬਿਜ਼ਨਸ ਰੈਂਟ ਸਬਸਿਡੀ ਨੂੰ ਲੈ ਕੇ ਅਤੇ ਵੇਜ ਸਬਸਿਡੀ ਨੂੰ ਲੈ ਕੇ ਆਪਣੇ ਜਿਹੜੇ ਤੁਹਾਡੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਮਿਸਟਰ ਐਰੀਨ ਓਟੂਲ, ਉਹ ਕੁਛ ਕਹਿ ਰਹੇ ਸੀਗੇ ਵੀ ਜਿਹੜਾ ਰੈਵਨਿਊਜ਼ ਜਿਨ੍ਹਾਂ ਦੇ 70% ਤੱਕ ਲੂਜ਼ ਹੋਏ ਨੇ, ਹਾਂਜੀ, ਸਿਰਫ ਉਹਨਾਂ ਨੂੰ ਇਹ ਵੇਜ ਸਬਸਿਡੀਜ਼ ਵਗੈਰਾ ਦਿੱਤੀਆਂ ਜਾ ਰਹੀਆਂ ਨੇ। ਦੈਟਸ ਰਾਈਟ। ਅਤੇ ਉਹਦੇ ਸੰਬੰਧ ਵਿੱਚ ਤੁਹਾਡੀ ਪਾਰਟੀ ਦਾ ਕੀ ਸਟੈਂਡ ਆ ਜਾਂ ਕੀ ਤੁਸੀਂ ਪੁਸ਼ ਕਰ ਰਹੇ ਗਵਰਨਮੈਂਟ ਨੂੰ? ਦੇਖੋ ਅਸੀਂ ਪੁਸ਼ ਕਰ ਰਹੇ ਹਾਂ ਵੀ ਕੁਛ ਨਾ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ। ਬਿਲਕੁਲ। 70% ਤੇ ਤੱਕ ਤੁਹਾਨੂੰ ਜਿਹੜੀ ਫੁੱਲ ਸਬਸਿਡੀ ਮਿਲ ਜਾਓ। ਜੇ ਤੁਸੀਂ 69 ਤੇ ਰਹਿ ਗਏ ਬਿਲਕੁਲ ਉਹ ਇੱਕਦਮ ਹੀ ਡਾਊਨ ਆ ਜਾਣੇ ਆ। ਡੈਫੀਨਿਟਲੀ ਰਾਈਟ। ਸੋ ਸਮ ਫਲੈਕਸੀਬਿਲਿਟੀ ਹੋਣੀ ਚਾਹੀਦੀ ਆ। ਹਾਂਜੀ। ਬਿਕਾਜ਼ ਇਸ ਵਿੱਚ ਕੀ ਹੈ ਨਾ ਜੇ ਤੁਸੀਂ ਇੱਦਾਂ ਇਨਕਰੇਜ ਕਰਦੇ ਆ ਬਹੁਤ ਸਾਰੇ ਬਿਜ਼ਨਸਿਸ ਆ ਫਿਰ ਉਹਨਾਂ ਨੂੰ ਵੀ ਇਹ ਹੋ ਜਾਂਦਾ ਵੀ ਅਸੀਂ ਕਿੰਨਾ ਕੁ ਬਿਜ਼ਨਸ ਲਈਏ ਬਿਲਕੁਲ ਤੁਸੀਂ ਫਾਈਨੈਂਸ਼ੀਅਲੀ ਦੇਖਣ ਲੱਗ ਜਾਂਦੇ ਵੀ ਸਾਡਾ ਰੈਵਨਿਊ ਵੱਧ ਨਾ ਜਾਵੇ। ਵੀ ਵਾਂਟ ਟੂ ਇਨਕਰੇਜ ਪੀਪਲ ਵੀ ਤੁਸੀਂ ਆਪਦਾ ਰੈਵਨਿਊ ਵਧਾਓ। ਬਿਲਕੁਲ ਬਿਲਕੁਲ ਸਹੀ। ਤੁਸੀਂ ਹਾਇਰ ਵੀ ਹੋਰ ਕਰੋ, ਇੰਪਰੂਵ ਯੂਰ ਬਿਜ਼ਨਸ, ਬਟ ਅਸੀਂ ਫਿਰ ਵੀ ਤੁਹਾਡੀ ਹੈਲਪ ਕਰਾਂਗੇ ਰਾਈਟ। ਈਵਨ ਹੁਣ ਜਿਵੇਂ ਉਹ $2,000 ਦਾ ਵੇਜ ਸਰਵ ਸੀ ਜਦੋਂ ਉਹ ਸ਼ੁਰੂ ਹੋਇਆ ਸੀਗਾ ਵੀ ਜੇ ਤੁਸੀਂ ਜ਼ਿਆਦਾ ਕੰਮ ਕਰੋ ਬਿਲਕੁਲ ਜਾਂ 2,000 ਮਿਲੋ। ਹਾਂਜੀ। ਐਂਡ ਵੀ ਪੁਸ਼ਡ ਰੀਲੀ ਹਾਰਡ ਵੀ ਕੁਛ ਤਾਂ ਕੰਮ ਕਰ ਲੈਣ ਦਿਓ ਲੋਕਾਂ ਨੂੰ। ਬਿਲਕੁਲ। ਲੈਟ them have some। ਜੇ ਕੰਮ ਕਰਦੇ ਨੇ ਯਾਰ ਆਮਦਨ ਘੱਟ ਹੁੰਦੀ ਹੈ ਈਵਨ ਦੈਨ ਵੀ ਨੀਡ ਟੂ ਸਪੋਰਟ them। ਸੋ ਫਿਰ ਇਹਨਾਂ ਨੇ ਉਹ ਅਸੀਂ ਪੁਸ਼ ਕੀਤਾ ਤੋਂ ਬਾਅਦ ਫਿਰ ਇਹਨਾਂ ਨੇ $1,000 ਦਾ ਕੰਮ ਕਰਨਾ। ਬਿਲਕੁਲ। ਪਰ ਜੇ ਤੁਹਾਡਾ $1,001 ਹੋ ਗਿਆ ਤੁਹਾਡਾ 2,000 ਵੀ ਚਲਿਆ ਗਿਆ। ਬਿਲਕੁਲ। ਉਹ ਸੋ ਫਲੈਕਸੀਬਿਲਿਟੀ ਹੋਣੀ ਚਾਹੀਦੀ। ਅਸੀਂ ਤਾਂ ਇਹ ਕਹਿੰਦੇ ਸੀ ਵੀ ਐਕਚੁਅਲੀ ਬੈਕ ਟੂ ਵਰਕ ਬੋਨਸ ਹੋਣਾ ਚਾਹੀਦਾ ਵੀ ਤੁਹਾਨੂੰ ਪੈਸੇ ਮਿਲਣਗੇ ਟੂ ਗੋ ਟੂ ਵਰਕ, ਅਸੀਂ ਤੁਹਾਡੀ ਸਪੋਰਟ ਵੀ ਕਰਾਂਗੇ ਤੇ ਜੇ ਤੁਸੀਂ ਪੈਸੇ ਵੱਧ ਬਣਾਉਣੇ ਤੁਹਾਨੂੰ ਆਵਰਸ ਵੱਧ ਮਿਲਦੇ ਆ ਠੀਕ ਆ ਤੁਹਾਡੇ ਹੌਲੀ ਹੌਲੀ ਸਬਸਿਡੀ ਈਵਨ 0 ਤੇ ਅੱਜ ਵੀ ਆ। ਮੈਨੂੰ ਤਾਂ ਲੱਗਦਾ ਤੁਸੀਂ ਜੇ 1,050 ਬਣਾ ਲਿਆ ਤੁਸੀਂ 950 ਕਰ ਦਿਓ। ਉਹ ਵੀ ਤਾਂ ਉੱਧਰ ਘਟਾਉਣੇ ਚਾਹੀਦੇ ਆ ਰਾਈਟ। ਸੋ ਆਪਾਂ ਨੂੰ ਇਹ ਹੋਣਾ ਚਾਹੀਦਾ ਵੀ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਨਾਲ ਕਦੇ ਨੁਕਸਾਨ ਨਹੀਂ ਹੋਣਾ ਚਾਹੀਦਾ। ਤੁਹਾਨੂੰ ਫਾਇਦਾ ਹੀ ਹੋਣਾ ਚਾਹੀਦਾ ਕੰਮ ਕਰਨ ਦੇ ਨਾਲ। ਡੈਫੀਨਿਟਲੀ ਦੈਟ ਵਾਸ ਆਵਰ ਫੋਕਸ। ਅਦਰਵਾਈਜ਼ ਡਿਸਕਰੇਜਮੈਂਟ ਹੋਏਗੀ ਰਾਈਟ। ਹਾਂਜੀ ਡਿਸਕਰੇਜਮੈਂਟ ਹੋਣੀ। ਨਾਲੇ ਬਹੁਤ ਸਾਰੇ ਇਹੋ ਜਿਹੇ ਸਮਾਲ ਬਿਜ਼ਨੈਸਿਸ ਨੇ ਉਹ ਕਹਿੰਦੇ ਸੀ ਵੀ ਸਾਨੂੰ ਲੋੜ ਵੀ ਅਸੀਂ ਤਾਂ ਭਾਲਦੇ ਹਾਂ ਵੀ ਇੰਪਲੋਈਜ਼ ਓਨ ਬੈਕ ਟੂ ਵਰਕ। ਬਿਲਕੁਲ। ਸੋ ਉਹਨਾਂ ਦੀ ਵੀ ਹੈਲਪ ਹੋਣੀ ਸੀਗੀ। ਸੋ ਇਹ ਜਿਹੜੀ ਫਲੈਕਸੀਬਿਲਿਟੀ ਦੀ ਲੋੜ ਆ। ਸੋ ਦਿਸ ਲੋਟ ਆਫ ਸਪੈਂਡਿੰਗ ਵੇ ਅਸੀਂ ਅਗਰੀ ਕਰਦੇ ਹਾਂ ਵੀ ਹਾਂ ਵੀ ਖਰਚਾ ਕਰੋ ਬਟ ਡੂ ਇਟ ਇਨ ਅ ਸਮਾਰਟ ਵੇ, ਡੂ ਇਟ ਇਨ ਅ ਵੇ ਵੀ ਹੁਣ ਕੰਸਲਟੇਸ਼ਨ ਹੋਣੀ ਚਾਹੀਦੀ ਆ। ਈਵਨ ਹੁਣ ਆਹ ਜਿਹੜੀ ਰੈਂਟ ਸਬਸਿਡੀ ਕਰ ਰਹੇ ਹਾਂ ਹੁਣ ਬਿੱਲ ਦੁਬਾਰੇ ਲਿਆਂਦਾ ਵਾ ਜਸਟ ਰੀਸੈਂਟਲੀ ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਇਸਨੂੰ ਡਿਬੇਟ ਕੀਤਾ। ਠੀਕ ਹੈ ਜੀ। ਉਹ ਰੈਂਟ ਸਬਸਿਡੀ ਇਹ ਜੀ ਹੁਣ ਉਹਨਾਂ ਨੇ ਬਿੱਲ ਇਹ ਜਿਹਾ ਪਾਸ ਕਰਵਾ ਲਿਆ ਵੀ ਜਿਹੜਾ ਪਿਛਲਾ ਰੈਂਟ ਆ ਉਹ ਹੁਣ ਬਿਜ਼ਨਸਿਸ ਨੂੰ ਅਪਫਰੰਟ ਦੇਣਾ ਪੈਣਾ। ਅੱਛਾ ਜੀ। ਹੁਣ ਉਹੀ ਬਿਜ਼ਨਸਿਸ ਆ ਜਿਹੜੇ ਕਹਿੰਦੇ ਵੀ ਸਾਤੋਂ ਰੈਂਟ ਅਫੋਰਡ ਨਹੀਂ ਕਰ ਹੁੰਦੇ ਉਹੀ ਹੁਣ ਬਿਜ਼ਨਸਿਸ ਨੂੰ ਅਪਫਰੰਟ ਦੇਣਾ ਪੈਣਾ ਫਿਰ ਅਪਲਾਈ ਕਰਕੇ ਬੈਕ ਲੈਣਾ। ਅੱਛਾ ਜੀ। ਹੁਣ ਉਹ ਕਹਿੰਦੇ ਓਕੇ ਠੀਕ ਆ ਅਸੀਂ ਬਿੱਲ ਹੁਣ ਅਸੀਂ ਠੀਕ ਕਰਾਂਗੇ। ਉਹ ਠੀਕ ਕਰ ਲਈ ਹੁਣ ਬਿੱਲ ਫਿਰ ਟਾਈਮ ਲੱਗ ਜਾਣਾ। ਇਨ ਦ ਮੀਨ ਟਾਈਮ ਕੈਨੇਡੀਅਨਸ ਪਿੱਛੇ ਰਹਿ ਰਹੇ ਆ। ਕੈਨੇਡੀਅਨਸ ਨੂੰ ਫਰਕ ਪੈ ਰਿਹਾ। ਉਹ ਬਿਜ਼ਨਸਿਸ ਵੇਟ ਕਰਦੇ ਆ ਵੀ ਸਾਨੂੰ ਦੱਸੋ ਸਾਡੇ ਰੈਂਟ ਕਿੰਨਾ ਕੁ ਮਿਲਣਾ ਕੀ ਮਿਲਣਾ ਸਾਨੂੰ ਅਸੀਂ ਅਪਲਾਈ ਅਪਰੂਵ ਹੋਵਾਂਗੇ ਕਿ ਨਹੀਂ। ਬਿਲਕੁਲ। ਬਟ ਦੇ ਜਸਟ ਹੈਵਨਟ ਗਿਵਨ ਦੈਟ ਇਨਫੋਰਮੇਸ਼ਨ। ਟਿਮ ਜੀ ਤੁਸੀਂ ਡੈਫੀਨੇਟਲੀ ਬਹੁਤ ਅੱਛਾ ਰਿਪਰੈਜ਼ੈਂਟ ਕਰ ਰਹੇ ਜੇ ਐਡਮਿੰਟਨ ਮਿਲਵੁਡਸ ਨੂੰ, ਅਲਬਰਟਨਸ ਨੂੰ, ਔਰ ਇਸ ਗੱਲ ਦਾ ਮਾਣ ਵੀ ਮਹਿਸੂਸ ਕਰਦੇ ਹਾਂ ਅਸੀਂ ਅਲਬਰਟਨ ਹੋਣ ਦੇ ਨਾਤੇ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ। ਜਾਣ ਤੋਂ ਪਹਿਲਾਂ ਇੱਕ ਵਾਰ ਸਾਡੇ ਦਰਸ਼ਕਾਂ ਦੇ ਨਾਲ ਕੋਈ ਤੁਸੀਂ ਗੱਲਬਾਤ ਕਰਨੀ ਚਾਹੋ
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਇਸ ਓਪਰਚੁਨਿਟੀ ਵਾਸਤੇ ਵੀ ਤੁਹਾਡੇ ਨਾਲ ਗੱਲ ਕਰਨੇ ਬਹੁਤ ਵਧੀਆ ਲੱਗਿਆ। ਹਾਂਜੀ, ਐਂਡ ਵੀ ਕਵਰ ਸਮ ਵੈਰੀ ਵੈਰੀ ਇੰਪੋਰਟੈਂਟ ਟੌਪਿਕਸ। ਡੈਫੀਨਿਟਲੀ ਮੈਂ ਇਹੀ ਕਹੂੰਗਾ ਵੀ ਹੁਣ ਇਸ ਵੇਲੇ ਪੋਲਿਟਿਕਸ ਇਜ਼ ਪੋਲਿਟਿਕਸ, ਤੇ ਉਹ ਆਪਾਂ ਗੱਲ ਕਰਦੇ ਰਵਾਂਗੇ, ਪਰ ਇਸ ਵੇਲੇ ਜਿਹੜੇ ਪੈਂਡੈਮਿਕ ਦੀ ਗੱਲ ਆ ਉਹ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਬਿਲਕੁਲ, ਵੀ ਜਿਹੜੇ ਸੋਸ਼ਲ ਗੈਦਰਿੰਗ ਆ ਉਹ ਆਪਾਂ ਘਟਾ ਦਈਏ, ਜਿਹੜੇ ਰੂਲਸ ਨੇ ਫੇਸ ਮਾਸਕ ਪਾਉਣਾ, ਬਾਹਰ ਘੱਟ ਜਾਣਾ, ਵਾਸ਼ ਯੂਰ ਹੈਂਡਸ, ਸੋਪ, ਹੈਂਡ ਸੈਨੀਟਾਈਜ਼ਰ, ਵਟਐਵਰ ਯੂ ਕੈਨ ਡੂ, ਪਲੀਜ਼ ਧਿਆਨ ਰੱਖਿਓ, ਬਿਕਾਜ਼ ਐਜ਼ ਦ ਕੇਸਿਸ ਗੋ ਅਪ ਉਸ ਹਿਸਾਬ ਦੇ ਨਾਲ ਸ਼ਾਇਦ ਆਪਾਂ ਨੂੰ ਇਕੋਨਮੀ ਫੇਰ ਬੰਦ ਕਰਨੀ ਪੈ ਜਾਵੇ, ਐਂਡ ਵੀ ਡੋਂਟ ਵਾਂਟ ਟੂ ਡੂ ਦੈਟ। ਆਪਾਂ ਨੂੰ ਇਹ ਵੀ ਇਕੋਨਮੀ ਖੁੱਲ੍ਹੀ ਰੱਖੀਏ ਪਲੱਸ ਪਰ ਫਿਰ ਵੀ ਆਪਾਂ ਸੇਫ ਰਹੀਏ, ਉਹਦੇ ਲਈ ਬੈਲੈਂਸ ਰੱਖਣ ਦੀ ਲੋੜ ਆ। ਸੋ ਇਫ ਵੀ ਆਲ ਡੂ ਆਰ ਪਾਰਟ, ਜਿਵੇਂ ਮੈਂ ਕਹਿੰਦੇ ਵੀ ਆਪਾਂ ਹੁਣ ਵੀਰ ਆਲ ਇਨ ਦਿਸ ਟੂਗੈਦਰ, ਤੇ ਰਲ ਮਿਲ ਕੇ ਜੇ ਆਪਾਂ ਜਿੰਨਾ ਕੁ ਵੀ ਕਰ ਸਕਦੇ ਹਾਂ ਸਾਰਿਆਂ ਨੂੰ ਬੈਨੀਫਿਟ ਹੋ ਸਕਦਾ। ਐਂਡ ਸਾਰੇ ਆਪਾਂ ਕੋਸ਼ਿਸ਼ ਇਹੀ ਕਰ ਰਹੇ ਹਾਂ ਵੀ ਟੂ ਸਟੇ ਸੇਫ ਫਰਮ ਦਿਸ ਵਾਇਰਸ। ਟਿਮ ਜੀ, ਤੁਸੀਂ ਇੰਨਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ, ਔਰ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜੁੜਦੇ ਰਹੋ ਔਰ ਦਰਸ਼ਕਾਂ ਦੇ ਨਾਲ ਜਿਹੜੀ ਲੇਟੈਸਟ ਅਪਡੇਟਸ ਨੇ ਉਹਨਾਂ ਤੱਕ ਪਹੁੰਚ ਕਰਦੇ ਰਹੋ। ਐਬਸੋਲੂਟਲੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਇਹ ਸਨ ਐਡਮਿੰਟਨ ਮਿਲਵੁੱਡਸ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਟਿਮ ਉੱਪਲ ਜੀ, ਜਿਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਪਰ ਸਾਡੇ ਨਾਲ ਗੱਲਬਾਤ ਕੀਤੀ, ਔਰ ਆਸ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਮੈਨੂੰ ਮਨਜੀਤ ਸਿੰਘ ਫਿਰਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।